ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ, ਠੀਕ ਹੋ? ਬੜੀ ਕਿਰਪਾ ਜੀ, ਤੁਸੀਂ ਸੁਣਾਓ। ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦਾ ਜ਼ਿਕਰ ਆਇਆ ਤੇ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਹੋਊਗਾ ਕਿ ਸਰਦਾਰ ਗੁਰਚਰਨ ਸਿੰਘ ਟੌੜਾ ਹੋਣਾ ਨੇ ਇੱਕ ਸਿਰਫ ਸਲਾਹ ਹੀ ਦਿੱਤੀ ਸੀ ਵੀ ਕੰਮ ਨਹੀਂ ਹੋ ਰਹੇ ਵਰਕਰਾਂ ਦੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਇੱਕ ਸਲਾਹ ਦਿੱਤੀ ਸੀ ਜੋ ਉਸ ਵਕਤ ਦੇ ਮੀਡੀਆ ਨੇ ਭੂਮਿਕਾ ਨਿਭਾਈ ਸੀ, ਜਾਂ ਉਸ ਵਕਤ ਜੋ ਹੜਕੰਮ ਮਚਿਆ ਸੀ, ਜੋ ਉਸ ਵਕਤ ਘਟਨਾਕ੍ਰਮ ਸੀ, ਉਹ ਅੱਖਾਂ ਸਾਹਮਣੇ ਆ ਜਾਂਦੇ ਨੇ। ਹੁਣ ਉਦੋਂ ਡਿਪਟੀ ਮੁੱਖ ਮੰਤਰੀ ਵੀ ਬਣ ਗਿਆ ਘਰ ਦਾ, ਫਿਰ ਬਾਅਦ ਦੇ ਵਿੱਚ ਹੁਣ ਦੋ ਡਿਪਟੀ ਮੁੱਖ ਮੰਤਰੀ ਬਣਾਏ ਜਾਣ ਦੀ ਗੱਲ ਕਰ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ। ਨਵਾਂ ਲੋਲੀਪੌਪ ਹੈ। ਔਰ ਸੁਖਬੀਰ ਬਾਦਲ 4 ਡਿਪਟੀ ਮੁੱਖ ਮੰਤਰੀ ਵੀ ਜੇਕਰ ਬਣਾ ਦੇਵੇ ਤਾਂ ਵੀ ਕਿਆਸ ਰਾਈਆਂ ਇਹ ਲਾਈ ਜੇ ਸਾਡੀ ਨਹੀਂ ਕਹਿਣਾ, ਇਹ ਮੇਰਾ ਕਹਿਣਾ ਨਹੀਂ ਹੈ, ਨਾ ਤੁਹਾਡਾ ਕਹਿਣਾ ਕਿ ਮੁੱਖ ਮੰਤਰੀ ਨਹੀਂ ਬਣ ਸਕਦਾ ਗਰੇਵਾਲ। ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਇਸ ਵੇਲੇ ਸੂਬੇ ਦੀ ਸਿਆਸਤ ਦੀ ਗੱਲ ਕੀਤੀ ਜਾ ਰਹੀ ਹੈ ਜੀ, ਇਲੈਕਸ਼ਨ ਭਾਵੇਂ ਅਜੇ 6-7 ਮਹੀਨੇ ਦੂਰ ਆ, ਲੇਕਿਨ ਇਸ ਵੇਲੇ ਸਿਆਸਤ ਪੂਰੀ ਗਰਮਾਈ ਪਈ ਹੈ। ਕਿਸਾਨ ਇਹਨਾਂ ਨੂੰ ਪਿੰਡਾਂ 'ਚ ਕਿਉਂ ਨਹੀਂ ਵੜ ਦਿੰਦੇ? ਉਹ ਇਸ ਕਰਕੇ ਨਹੀਂ ਵੜ ਦਿੰਦੇ ਵੀ ਭਾਈ ਤੁਸੀਂ ਇਲੈਕਸ਼ਨ ਨਾ ਲੜੋ। ਉਹ ਇਸ ਕਰਕੇ ਰੋਕਦੇ ਸਾਡੇ ਆ ਕੇ ਕੰਮ ਤੁਸੀਂ ਕਿਉਂ ਰੋਕਦੇ ਹੋ? ਤੁਸੀਂ ਗੱਡੀਆਂ ਲੈ ਕੇ ਆ ਜਾਂਦੇ, ਲੋਕ ਇਕੱਠੇ ਕਰ ਦਿੰਦੇ, ਲੋਕਾਂ ਨੂੰ ਆਪਣੇ ਕੰਮ ਕਾਰੋਬਾਰ ਕਰਨ ਦਿਓ, ਤੁਸੀਂ ਇਲੈਕਸ਼ਨ ਨੂੰ ਵੇਖਣਾ ਕਦੋਂ? ਹੁਣ ਇਹਦਾ ਸੁਖਬੀਰ ਸਿੰਘ ਬਾਦਲ ਨੇ ਕਹਿਤਾ ਜੀ ਵੇਖੋ ਅਸੀਂ ਸਾਡੀ ਸਰਕਾਰ ਬੜੀ ਤੇ 2 ਮੁੱਖ ਮੰਤਰੀ ਬਣਾਵੇ, ਇੱਕ ਹਿੰਦੂ ਚਿਹਰਾ ਹੋਏਗਾ, ਇੱਕ ਦਲਿਤ ਚਿਹਰਾ ਹੋਏਗਾ। ਤੇ ਜਿਹੜੇ ਭਾਜਪਾ ਆਗੂ ਆ ਉਹ ਕਹਿੰਦੇ ਇਹ ਮੂੰਹ ਤੇ ਮਸਲ ਦੀ ਦਾਲ ਹੀ ਕਹਾਣੀ ਕਹਿੰਦੇ ਨੇ। ਉਹ ਕਹਿੰਦੇ ਤਾਂ ਪੋਸੀਬਿਲਿਟੀ ਹੈ ਹੀ ਨਹੀਂ ਕਿ ਸੁਖਬੀਰ ਬਾਦਲ ਮੁੱਖ ਮੰਤਰੀ ਹੋਣੇ। ਮੁੱਖ ਮੰਤਰੀ ਜੇ ਅੱਗੇ ਬਣਦੇ ਰਹੇ ਤੇ ਭਾਜਪਾ ਕਰਕੇ ਬਣ ਰਹੀ ਤਾਂ ਆਪਣੇ ਬੰਦੇ ਨੇ ਕਿੱਥੋਂ ਇਹਦੀ ਸਮਰਥਾ ਹੈਗੀ ਹੈ? ਅੱਜ ਸਮਰਥਾ ਭਾਜਪਾ ਨੂੰ ਤਾਂ ਬਾਹਰ ਹੈਗੀ ਆ। ਇਹਨਾਂ ਆਪ ਮੁੱਖ ਮੰਤਰੀ ਸਰਕਾਰ ਨਹੀਂ ਬਣੀ ਤੇ 2 ਮੁੱਖ ਮੰਤਰੀ ਕਿੱਥੋਂ ਬਣਾ ਦੇਣਗੇ? ਇਹ 4 ਦਾ ਵੀ ਐਲਾਨ ਕਰ ਦੇਣ ਤੇ ਤਾਂ ਵੀ ਨਹੀਂ ਮੁੱਖ ਮੰਤਰੀ ਬਣ ਸਕਦੇ। ਤੁਹਾਨੂੰ ਪਤਾ ਹੋਏਗਾ ਚਾਵਲਾ ਸਾਹਿਬ ਝਾਰਖੰਡ ਦੇ ਮੁੱਖ ਮੰਤਰੀ 4 ਡਿਪਟੀ ਮੁੱਖ ਮੰਤਰੀ ਬਣਾ ਦਿੱਤੇ। ਨਾ ਤਨਖਾਹ ਵਧਣੀ ਹੈ, ਨਾ ਸਟੇਟਸ ਵਧਣਾ। ਇੱਕ ਜਿਹੜੀ ਤੁਹਾਡੀ ਜੇ ਤਖਤੀ ਲੱਗੀ ਉਹ ਦਿਖਾਏ ਡਿਪਟੀ ਮੁੱਖ ਮੰਤਰੀ, ਬਸ ਬਾਕੀ ਕੁਛ ਨਹੀਂ ਲਿਖਿਆ ਜਾਣਾ, ਕੁਛ ਤਬਦੀਲੀ ਨਹੀਂ। ਇਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਕੋਰ ਕਮੇਟੀ ਆ ਉਦੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਆਪਸ ਵਿੱਚ ਕੋਰ ਕਮੇਟੀ ਦੀ ਗੱਲਬਾਤ ਹੋਈ ਹੈ ਤੇ ਉਹਦੇ ਵਿੱਚ ਫੈਸਲਾ ਕੀਤਾ ਕਿ ਅਸੀਂ ਦਲਿਤ ਭਾਈਚਾਰੇ ਨੂੰ ਤੇ ਹਿੰਦੂ ਭਾਈਚਾਰੇ ਦੋਵਾਂ ਨੂੰ ਨੁਮਾਇੰਦਗੀ ਦੇਵਾਂਗੇ ਤੇ ਦੋਵਾਂ ਦਾ ਇੱਕ ਡਿਪਟੀ ਮੁੱਖ ਮੰਤਰੀ ਲਾਵਾਂਗੇ। ਉਹ ਕਹਿੰਦੇ ਹੁੰਦੇ ਨੇ ਜੀ, ਆਨੇ ਹੁੰਦੇ ਜੀ ਅੰਨ ਖੇਤ ਕੁੜੀ ਪੇਟ ਆ ਜੋ ਇਹ ਮੰਦੇ ਖਾ। ਸਾਡੇ ਲੀਡਰਾਂ ਦੀ ਹਾਲਤ ਬੜੀ ਹੈ ਜੀ। ਕੋਈ ਰੂਆ ਨਹੀਂ ਧੂਆ ਨਹੀਂ, ਅਜੇ ਪਤਾ ਨਹੀਂ ਗਾ ਕੀ ਬਣਨਾ। ਇਲੈਕਸ਼ਨ ਸਮੇਂ ਸਿਰ ਹੋਣੀ ਕਿ ਨਹੀਂ ਹੋਣੀ ਤੇ ਤੁਸੀਂ ਹੁਣ ਤੋਂ ਕਹਿੰਦੇ ਯਾ ਕਰ ਦੇਂਗੇ ਜੀ ਕਰ ਦੇਂਗੇ। ਘੱਟੋ ਘੱਟ ਇਲੈਕਸ਼ਨ ਨੇੜੇ ਆ ਲੈਣ ਦੋ, 2 ਮਹੀਨੇ ਰਹਿ ਜਾਣ, ਕਿੱਥੇ ਮਰਜ਼ੀ ਕਰ। ਮਾਂ ਜ਼ਮੀਨਾਂ ਤੇ ਪੁੱਤ ਬਨੇਰੇ ਤੇ। ਬਿਲਕੁਲ, ਮਾਂ ਜ਼ਮੀਨਾਂ ਪੁੱਤ ਕੋਠੇ ਤੇ। ਵੌਇਸ ਆਫ ਸਿਟੀ 1320 AM ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਔਰ ਅਗਲਾ ਕੁਐਸਚਨ ਮੇਰਾ ਹੈ ਕਿ ਪਤਾ ਲੱਗਾ ਹੈ ਕਿ ਜੇਵੇ ਦੇ ਵਿੱਚ ਰੱਖਣ ਵਾਲਾ ਅਸਤੀਫਾ ਉਹ ਹੁਣ ਬਾਹਰ ਨਿਕਲਣ ਲੱਗ ਪਿਆ। ਸਿੱਧੂ ਦੇ ਪ੍ਰਧਾਨ ਬਣਾਏ ਜਾਣ ਤੇ ਕੈਪਟਨ ਨੇ ਨਾਰਾਜ਼ਗੀ ਜਤਾਈ ਹੈ। ਪਹਿਲਾਂ ਤਾਂ ਕਹਿ ਰਹੇ ਸੀ ਕਿ ਹਾਈ ਕਮਾਂਡ ਦਾ ਸਾਨੂੰ ਜੋ ਵੀ ਹੁਕਮ ਆਵੇਗਾ ਪ੍ਰਵਾਨ ਹੈ। ਸ਼ਾਂਤੀ ਜੀ ਬਣੀ ਹੋਈ ਸੀਗੀ ਪੰਜਾਬ ਦੇ ਵਿੱਚ ਕਾਂਗਰਸ ਦੇ ਮਤਲਬ ਖੇਮੇ ਦੇ ਵਿੱਚ। ਔਰ ਸਮੁੰਦਰ ਜਦੋਂ ਸ਼ਾਂਤ ਹੋਵੇ ਤੇ ਵੱਡੇ ਜਵਾਹਰ ਭਾਟਾ ਦੀ ਕਹਿੰਦੇ ਆ ਕਿ ਆਸ ਹੁੰਦੀ ਹੈ ਕਿ ਹੁਣ ਕੁਛ ਨਾ ਕੁਝ ਹੋਵੇਗਾ। ਕਿ ਨਾਰਾਜ਼ਗੀ ਦੇ ਨਾਲ ਇਹ ਵੀ ਹੈ ਕਿ ਮੈਂ ਅਸਤੀਫਾ ਦੇ ਕੋਲ ਰੱਖਿਆ ਜੀ। ਰਾਹੁਲ ਨੇ ਚੁੱਪੀ ਧਾਰੀ ਹੋਈ ਹੈ। ਤੁਹਾਨੂੰ ਲੱਗਦਾ ਹੈ ਕਿ ਕੁਛ ਵੱਡਾ ਹੋਣ ਵਾਲਾ? ਕਿਤੇ ਇਹ ਤਾਂ ਨਹੀਂ ਕਿ ਉਹ ਡੀਕੀ ਕੀਤੀ ਜਾ ਰਹੀ ਹੈ ਕਿ ਵੇਖਦੇ ਹੁਣ ਕੀ ਹੁੰਦਾ? ਉਹ ਕਿਤੇ ਉਹ ਨਾ ਉਹੀ ਗੱਲ ਜਿਹੜੀ ਇੱਕ ਮਤਲਬ ਪਤਨੀ ਸੀਗੀ ਆਪਣੀ ਗੁਆਂਢਣ ਨੂੰ ਮਿਲੀ, ਕਹਿੰਦੀ ਵੀ ਮੈਂ ਬੜੀ ਦੁਖੀ ਹਾਂ, ਹੈ ਨਾ। ਉਹ ਕਹਿੰਦੀ ਕੀ ਗੱਲ? ਕਹਿੰਦੀ ਵੀ ਹਰ ਗੱਲ ਦੇ ਉੱਤੇ ਪਾਣੀ ਗਰਮ ਕਰਦੇ, ਨਹੀਂ ਤੇ
ਨਹੀਂ ਤੇ ਹਾਂ ਬਿਲਕੁਲ ਕੱਪੜੇ ਨਹੀਂ ਤੇ ਪ੍ਰੈਸ ਕਰਦੇ ਨਹੀਂ ਤੇ ਹੂੰ ਵੀ ਹਰ ਗੱਲ ਤੇ ਨਹੀਂ ਤੇ ਉਹ ਕਹਿੰਦੇ ਵੀ ਤੂੰ ਪੁੱਛ ਹੀ ਲਈ ਹਾਂ ਵੀ ਨਹੀਂ ਤੇ ਕੀ ਕਹਿੰਦਾ ਫਿਰ ਮੈਂ ਨਹੀਂ ਤੇ ਕੀ ਹੋਊਗਾ ਨਹੀਂ ਤੇ ਕੀ ਹੋਊਗਾ ਉਹ ਕਹਿੰਦਾ ਪਾਣੀ ਗਰਮ ਕਰਦੇ ਨਹੀਂ ਤੇ ਕਹਿੰਦਾ ਵੀ ਨਹੀਂ ਤੇ ਫਿਰ ਕੀ ਕਰੇਗਾ ਕਹਿੰਦਾ ਆਪੇ ਗਰਮ ਕਰ ਲੂੰ ਹਾਂ ਸਿੱਖਣੇ ਪਹਿਲੇ ਨਹਾਵਾਂਗੇ ਟਾਂਡੇ ਨਾਲ ਲਾਂਗੇ ਹੁਣ ਕਿਤੇ ਲੱਗਦਾ ਤਾਂ ਨਹੀਂ ਵੀ ਹੁਣ ਇਹ ਧਮਕੀਆਂ ਜ਼ਿਆਦਾ ਹੀ ਹੋ ਗਈਆਂ ਨੇ ਤੇ ਹੁਣ ਫਿਰ ਜੱਕਦਾ ਵੀ ਨਹੀਂ ਤਾਂ ਫਿਰ ਕੀ ਆ ਵੀ ਕਾਰ ਹੀ ਲਾਜੋ ਕਰਨਾ ਹੁਣ ਅਸਤੀਫਾ ਦੀ ਉਡੀਕ ਦੇ ਵਿੱਚ ਤਾਂ ਨਹੀਂ ਕਿਤੇ ਹਾਈ ਕਮਾਂਡ ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਆ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਦੋਂ 1998 ਦੇ ਵਿੱਚ ਇਹਨਾਂ ਕਾਂਗਰਸ ਜੁਆਇਨ ਕੀਤੀ ਸੀ ਹੱਥ ਜੋੜ ਕੇ ਕੀਤੀ ਜਦੋਂ ਪ੍ਰਧਾਨਗੀ ਲਈ ਸੀ ਹੱਥ ਜੋੜ ਕੇ ਲਈ ਸੀ ਤੇ 2016 ਦੇ ਵਿੱਚ ਆ ਕੇ ਇਹਨੇ ਜਿਹੜੇ ਦਬਕੇ ਮਾਰੇ ਸੀਗੇ ਵੱਖਰੀ ਪਾਰਟੀ ਬਣਾਉਣ ਲੱਗਾ ਮੈਂ ਉਹ ਕਰ ਦੂੰਗਾ ਮੈਂ ਜੇ ਕਰ ਦੂੰਗਾ ਤੁਸੀਂ ਜੋ ਮਰਜ਼ੀ ਕਰ ਲਓ ਜੇ ਕਿਸੇ ਨੇ ਮੈਨੂੰ ਪ੍ਰਧਾਨ ਨਾ ਬਣਾਇਆ ਤੇ ਅਗਲੇ ਬਾਜਵੇ ਕੋਲੋਂ ਖੋ ਕੇ ਪ੍ਰਧਾਨਗੀ ਦਿੱਤੀ ਸੀ ਭਾਈ ਇਹ ਜਾਵੇ ਨੇ ਕਿਸੇ ਤਰੀਕੇ ਨਾਲ ਅਸੀਂ ਸਰਕਾਰ ਬਣਾਉਣੀ ਹੈ ਪੰਜਾਬ ਦੀ ਲੇਕਿਨ ਕੈਪਟਨ ਸਾਹਿਬ ਨੂੰ ਇਹ ਪਤਾ ਹੋਣਾ ਜਿਹਦੇ ਤੇ ਅੱਜ ਉਹਨਾਂ ਦੀ ਉਹ ਸਿਚੁਏਸ਼ਨ ਨਹੀਂ ਅੱਜ ਇਹਨਾਂ ਰਾਤੀ ਜੇ ਫੋਨ ਕੀਤਾ ਸੋਨੀਆ ਗਾਂਧੀ ਨੂੰ ਕਿ ਵੇਖੋ ਤੁਸੀਂ ਸਿੱਧੂ ਨੂੰ ਪ੍ਰਧਾਨ ਬਣਾਤਾ ਤੇ ਇਹ ਗਲਤ ਗੱਲ ਆ ਤੁਸੀਂ ਕਰ ਰਹੇ ਹੋ ਤੇ ਫਿਰ ਮੇਰਾ ਅਸਤੀਫਾ ਲੈ ਲਓ ਤੁਸੀਂ ਮੈਂ ਛੱਡਿਆ ਮੈਂ ਇਲੈਕਸ਼ਨ ਨਹੀਂ ਲੜਦਾ ਵਿਧਾਨ ਸਭਾ ਚਲੋ ਸੋਨੀਆ ਗਾਂਧੀ ਨੇ ਕੀ ਵਿਚਾਰ ਕਰ ਰਹੇ ਨੇ ਦੂਜੇ ਪਾਸੇ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਵੇਟ ਕਰ ਰਹੇ ਨੇ ਕੈਪਟਨ ਦੇ ਅਸਤੀਫੇ ਦੀ ਕੀ ਅਸਤੀਫਾ ਕਿਉਂ ਨਾ ਜਾਂਦਾ ਦੇਵੇ ਸੀ ਜਿੱਦਾਂ ਕਿ ਅਸਤੀਫਾ ਮਤਲਬ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਹੁਣ ਇਹ ਚੱਲਿਆ ਹੋਇਆ ਕਾਰਤੂਸ ਆ ਤੁਹਾਡੇ ਸਾਹਮਣੇ ਆ ਵੇਖੋ ਬੀਜੇਪੀ ਦੇ ਵਿੱਚ ਕਿਸੇ ਵੇਲੇ ਅਡਵਾਨੀ ਜੀ ਤੂਤੀ ਬੋਲਦੀ ਸੀ ਤੇ ਕਾਲੀ ਵਿੱਚ ਤੋਂ ਡਰਦੇ ਹੁੰਦੇ ਸੀ ਅੱਗੇ ਪਿੱਛੇ ਫਿਰਦੇ ਸੀ ਅੰਮ੍ਰਿਤਸਰ ਆਉਂਦਾ ਸੀ ਬਾਦਲ ਸਾਹਿਬ ਆਪ ਸਾਰੀ ਜਿਹੜੀ ਮਿਨਿਸਟਰੀ ਮਗਰ ਫਿਰਦੀ ਸੀ ਲੇਕਿਨ ਜਦੋਂ ਹਾਸ਼ੀ ਤੇ ਸੁੱਟਣ ਲੱਗੇ ਤਾਂ ਉਦੋਂ ਅਕਾਲੀਆਂ ਨੂੰ ਅੰਮ੍ਰਿਤਸਰ ਦੇ ਸਨਮਾਨਿਤ ਨਹੀਂ ਸੀ ਏਡੀ ਵੱਡੀ ਦੇਖ ਵਾਲੇ ਬੰਦੇ ਨੂੰ ਅਗਲਾ ਜਿਹੜਾ ਭੇਜਤਾ ਭਾਜੀ ਤੁਸੀਂ ਰੈਸਟ ਕਰੋ ਤੁਸੀਂ ਮਾਰਗ ਦਰਸ਼ਕ ਮੰਡਲ ਦੇ ਵਿੱਚ ਬੈਠੋ ਤੁਸੀਂ ਸਾਡਾ ਮਾਰਗ ਦਰਸ਼ਨ ਕਰੋ ਤੇ ਕੈਪਟਨ ਸਾਹਿਬ ਤੁਹਾਡੀ ਹਾਲਤ ਵੀ ਇਸ ਵੇਲੇ ਅਡਵਾਨੀ ਵਾਲੀ ਹੋਈ ਪਈ ਜੀ ਚੰਗੀ ਗੱਲ ਆ ਤੁਸੀਂ ਉਸ ਮੁੰਡੇ ਨੂੰ ਥਾਪੜਾ ਦੇ ਕੇ ਕੋਈ ਤਾਲੀ ਵੀ ਮਤਲਬ ਤਕੜਾ ਹੋ ਤਾਂ ਪੱਤਰੇ ਨਾਲ ਖੜੇ ਕੋਈ ਗੱਲ ਨਹੀਂ ਥਾਪੜਾ ਦੇ ਕੇ ਉਹਨਾਂ ਨੂੰ ਅਸ਼ੀਰਵਾਦ ਦਿਓਗੇ ਤੇ ਤੁਹਾਡੇ ਪੈਰੀ ਹੱਥ ਲਾਊਗਾ ਤੇ ਗੱਲ ਮੁੱਕ ਜੂਗੀ ਤੁਹਾਨੂੰ ਪਤਾ ਤੁਹਾਡੇ ਪੱਲੇ ਕੁਛ ਨਹੀਂ ਹੈਗਾ ਚਾਵਲਾ ਸਾਹਿਬ ਇੱਥੋਂ ਤੱਕ ਗੱਲ ਹੋ ਸਕਦੀ ਹੈ ਵੀ ਜਿਹੜੀ ਬੀਬੀ ਨਵਜੋਤ ਕੌਰ ਆ ਡਾਕਟਰ ਨਵਜੋਤ ਕੌਰ ਸਿੱਧੂ ਆ ਉਹ ਇਹ ਕਹਿ ਸਕਦੀ ਕਿ ਮੈਂ ਆਪਣੇ ਘਰ ਵਾਲੇ ਨੂੰ ਛੱਡਿਆ ਉਹਦੀ ਪਾਰਟੀ ਛੱਡੀ ਮੈਂ ਤਾਂ ਪਟਿਆਲੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਚੋਣ ਲੜੂੰਗੀ ਆਮ ਆਦਮੀ ਪਾਰਟੀ ਨੂੰ ਕਿਸੇ ਪਾਰਟੀ ਨੂੰ ਲੜੂਗੀ ਜੇ ਉਹ ਲੜੀ ਤਾਂ ਜਿੱਤ ਵੀ ਜਾਏਗੀ ਇਸ ਕਰਕੇ ਕੈਪਟਨ ਸਾਹਿਬ ਜਿਹੜੇ ਐਡਵਾਈਜ਼ਰ ਨੇ ਉਹ ਹਾਲ ਦੀ ਕੜੀ ਕੋਈ ਸਹੀ ਗਾਈਡ ਨਹੀਂ ਕਰ ਰਹੇ ਹੁਣ ਕੈਪਟਨ ਸਾਹਿਬ ਜਿਹੜੇ ਅਡਵਾਨੀ ਨੂੰ ਬੁੱਢੇ ਹੋ ਚੁੱਕੇ ਆ ਨਾ ਚੱਲ ਸਕਦੇ ਆ ਨਾ ਫਿਰ ਸਕਦੇ ਆ ਨਾ ਜ਼ਿਆਦਾ ਬੋਲ ਸਕਦੇ ਆ ਜੇ 10 ਮਿੰਟ ਲਗਾਤਾਰ ਬੋਲ ਲੈਣ ਤੇ 11 ਮਿੰਟ ਪੂਰਾ ਸਾਹ ਚੜਿਆ ਹੁੰਦਾ 3500 ਬਿਮਾਰੀਆਂ ਤੋਂ ਪੀੜਤ ਨੇ ਦਵਾਈਆਂ ਦੇ ਉੱਤੇ ਜ਼ਿੰਦਗੀ ਜੀ ਰਹੇ ਆ ਇਸ ਕਰਕੇ ਚਾਹੀਦਾ ਇਸ ਕਰਕੇ ਆ ਵੀ ਦੇਖੋ ਜੇ ਤੁਸੀਂ ਕਾਂਗਰਸ ਪਾਰਟੀ ਦੇ ਵੈਲ ਵਿੱਚ ਹੋ ਤਾਂ ਤੁਸੀਂ ਆਪ ਆਸ਼ੀਰਵਾਦ ਦੇ ਕੇ ਤੋਰੋ ਕਈ ਤਕੜੇ ਜੋ ਕੱਕਾ ਪਾਰਟੀ ਕੰਮ ਦਿੰਦਾ ਲੇਕਿਨ ਹੁਣ ਤੁਸੀਂ ਜੇ ਅੜਚਨ ਪਾਉਂਦੇ ਕਿ ਸਾਨੂੰ ਮਨਜ਼ੂਰ ਨਹੀਂ ਤੇ ਉਹ ਤੁਹਾਡਾ ਅਸਤੀਫਾ ਡੀਕ ਕਰਨਾ ਜੇ ਕਿਹੜੇ ਵੇਲੇ ਅਸਤੀਫਾ ਦੇਵੇ ਤੇ ਅਸੀਂ ਨਵੇਂ ਸਿਰੇ ਕੋਈ ਕਾਰਵਾਈ ਕਰਨਾ ਜੀ ਦੂਜੇ ਪਾਸੇ ਹੋਇਆ ਕੀ ਸਿੱਧੂ ਦੇ ਸਮਰਥਕਾਂ ਨੇ ਉਹਦੇ ਘਰ ਨਹੀਂ ਲਗਭਗ ਹਰ ਜ਼ਿਲ੍ਹੇ 'ਚ ਖੁਸ਼ੀਆਂ ਮਨਾਈਆਂ ਢੋਲ ਵਜਾਏ ਨੇ ਭੰਗੜੇ ਪਾਏ ਨੇ ਹਾਲੀ ਉਹਦੀ ਪ੍ਰਧਾਨਗੀ ਦਾ ਰਸਮੀ ਤੌਰ ਤੇ ਐਲਾਨ ਹੋਣਾ ਅਜੇ ਰਾਵਤ ਸਾਹਿਬ ਨੇ ਕਿਹਾ ਸੀਗਾ ਮੁੜ ਕੇ ਕਹਿੰਦੇ ਨਹੀਂ ਜੀ ਮੇਰਾ ਕਹਿਣ ਤੋਂ ਭਾਵੇਂ ਨਹੀਂ ਸੀਗਾ ਜਦੋਂ ਫੋਨ ਆ ਗਿਆ ਰਾਤੀ 9 ਵਜੇ ਨੂੰ ਕਿਹਾ ਮੇਰਾ ਵੀ ਕਹਿਣ ਤੋਂ ਭਾਵੇਂ ਨਹੀਂ ਸੀਗਾ ਲੇਕਿਨ ਇਹ ਦੱਸ ਦਈਏ ਸਿੱਧੂ ਦੀ ਪ੍ਰਧਾਨਗੀ ਪੱਕੀ ਆ ਕੈਪਟਨ ਸਾਹਿਬ ਬੇਸ਼ੱਕ ਅਸਤੀਫਾ ਦੇ ਦੇਣ ਬੇਸ਼ੱਕ ਚੋਣ ਨਾ ਲੜਨ ਲੇਕਿਨ ਸਿੱਧੂ ਨੂੰ ਜੋ ਉਹਨਾਂ ਕੋਕੇ ਜੱਟ ਦਿੱਤੇ ਹੈ ਨਾ
ਉਹ ਲੈਣੇ ਨਹੀਂ, ਉਹਦੇ ਰਹਿਣੇ। ਵੌਇਸ ਆਫ ਸਿਟੀ 1320 AM ਤੇ। ਔਰ ਅਗਲਾ ਸਵਾਲ ਜਿਹੜਾ ਮੈਂ ਕਾਲਰ ਲਵਾਂ ਉਸ ਤੋਂ ਪਹਿਲਾਂ ਤੁਹਾਡਾ ਵੀ ਨਜ਼ਰੀਆ ਲੈਣਾ ਚਾਹੁੰਦਾ ਕਿ ਇੱਕ ਬਹੁਤ ਵੱਡੀ ਆ ਜਿੱਥੇ ਦਿਲ ਕਰਦਾ ਧਾਰਾ ਦੇਸ਼ ਧਰੋਹ ਦੀ ਠੋਕ ਕੇ ਤੇ ਵਿਰੋਧੀਆਂ ਨੂੰ ਜਿਹੜਾ ਹੈ ਉਹਨਾਂ ਦੀ ਜ਼ੁਬਾਨ ਬੰਦ ਕਰਾਉਣ ਦਾ ਜਿਹੜਾ ਉਪਰਾਲਾ ਕੀਤਾ ਜਾਂਦਾ। ਧਾਰਾ 124A ਹੈ ਸੁਪਰੀਮ ਕੋਰਟ ਦੇ ਖਿਲਾਫ। ਸੁਪਰੀਮ ਕੋਰਟ ਖਫਾ ਹੈ ਇਸ ਚੀਜ਼ ਤੋਂ ਲੈ ਕੇ, ਸੌਰੀ, ਕੇਂਦਰ ਸਰਕਾਰ ਨੂੰ ਕਿਹਾ ਕਿ ਅੰਗਰੇਜ਼ਾਂ ਦੀ ਇਹ ਖਾਸ ਤੌਰ ਤੇ ਗੁਲਾਮੀ ਦਾ ਪ੍ਰਤੀਕ ਕਾਨੂੰਨ ਤੁਰੰਤ ਬਦਲਿਆ ਜਾਵੇ। ਉਧਰ ਕਿਸਾਨਾਂ ਦੇ ਉੱਤੇ ਧੜਾ ਧੜ 100 ਦੇ ਉੱਤੇ ਜਿਹੜਾ ਹੋ ਗਿਆ, ਕਿਸਾਨਾਂ ਦੇ ਉੱਤੇ ਦੇਸ਼ ਧਰੋਹ ਦੇ ਮੁਕੱਦਮੇ, ਇੱਕ ਸ਼ੀਸ਼ਾ ਤੋੜ ਦਿੱਤਾ ਕਿਸੇ ਮਤਲਬ ਆਫਿਸਰ ਦਾ, ਤੇ ਇਹ ਮੁਕੱਦਮੇ ਇਸ ਤਰ੍ਹਾਂ ਦੇ ਦਰਜ ਹੋ ਰਹੇ ਜਿਹੜੇ ਦੇਸ਼ ਧਰੋਹ ਦੇ ਮੁਕੱਦਮੇ। ਬਹੁਤ ਸਾਰੇ ਇਹੋ ਜਿਹੇ ਬਿਆਨ ਆਉਂਦੇ ਨੇ, ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਜਿਹੜੀਆਂ ਆਪਣਿਆਂ ਵੱਲੋਂ ਪਾਰਟੀ ਦੇ ਜਿਹੜੀ ਇਸ ਵਕਤ ਰਾਜ ਕਰਦੀ ਉਹਨਾਂ ਵੱਲੋਂ ਕੀਤੀ ਜਾਂਦੀ, ਉਹਨਾਂ ਤੇ ਕੋਈ ਮੁਕੱਦਮੇ ਨਹੀਂ, ਉੱਥੇ ਸ਼ਾਂਤੀ ਹੋ ਜਾਂਦੀ, ਪੁੱਛ ਪ੍ਰਤੀਕ ਕੋਈ ਨਹੀਂ ਜੀ। ਜਿਹੜੀ 124A ਵਾਲਾ ਜੀ, ਇਹ ਰਾਜ ਧਰੋਹ ਦੀ ਧਾਰਾ, ਇਹ ਬਣਾਈ ਅੰਗਰੇਜ਼ਾਂ ਨੇ ਕਿਉਂ ਸੀ? ਡਰਾਉਣ ਵਾਸਤੇ। ਬਾਲ ਗੰਗਾ ਧਰਤੀ ਦੇ ਉੱਤੇ ਤੇ ਮਹਾਤਮਾ ਗਾਂਧੀ ਦੀ ਧਾਰਾ ਇਹ ਲਾਈ ਗਈ ਸੀ। ਇਸ ਧਾਰਾ ਨੂੰ ਲਾ ਕੇ ਜਿੰਨਾ ਚਿਰ ਮਰਜ਼ੀ ਕਿਸੇ ਬੰਦੇ ਨੂੰ ਜੇਲ੍ਹ 'ਚ ਰੱਖ ਲਓ, ਲੇਕਿਨ ਕਦੀ ਵੀ ਇਸ ਧਾਰਾ ਲੱਗੀ ਨੂੰ ਕੋਈ ਸਜ਼ਾ ਦੀ ਇੱਕ ਸੁਣੀ ਨਹੀਂ ਜਾਈ। ਇਹ ਸਿਰਫ ਵਿਰੋਧੀਆਂ ਨੂੰ ਦਬਾਉਣ ਵਾਸਤੇ ਹੈ। ਉਹਦੇ ਉੱਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਤੇ 2 ਹੋਰ 3 ਜੱਜਾਂ ਨੇ ਚਿੰਤਾ ਪ੍ਰਗਟ ਕਰਾਈ ਆ ਵੀ ਅੱਜ ਵੀ ਅਸੀਂ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਹਾਂ। ਧਾਰਾ 124 ਜਦੋਂ ਮਰਜ਼ੀ ਜਿਹਦੇ ਤੇ ਤੁਸੀਂ ਮਰਜ਼ੀ ਲਾਉਂਦੇ, ਉਹਨਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਜੀ ਤਬਦੀਲ ਕੀਤਾ ਜਾਵੇ, ਇਹਨੂੰ ਖਤਮ ਕੀਤਾ ਜਾਵੇ ਧਾਰਾ। ਜਿਹੜਾ ਐਡਵੋਕੇਟ ਜਨਰਲ ਵੇਣੂਗੋਪਾਲ ਸਪੈਸ਼ਲ ਤੌਰ ਤੇ ਉਹਨੂੰ ਕਿਹਾ ਵੀ ਤੁਸੀਂ ਜਾ ਕੇ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਵਿੱਚ ਤਬਦੀਲੀ ਕੀਤੀ ਜਾਵੇ ਜਾਂ ਇਹਨੂੰ ਖਤਮ ਕੀਤਾ ਜੀ। ਵੇਣੂਗੋਪਾਲ ਕਹਿੰਦਾ ਵੀ ਖਤਮ ਨਹੀਂ ਹੋਏਗੀ, ਤਬਦੀਲੀ ਕੀਤੀ ਜਾ ਸਕਦੀ। ਲੇਕਿਨ ਅਫਸੋਸ ਜਿਹੜੀਆਂ ਇਹ ਧਾਰਾਵਾਂ ਹੋਈਆਂ, ਟਾਡਾ ਹੋਈ, NSC ਹੋਈ, 124 ਹੋਈ, ਇਹ ਜਦੋਂ ਧਾਰਾ ਲੱਗਦੀ ਇੱਕ ਸਮੂਹ ਤੇ ਲੱਗਦੀ, ਇੱਕ ਵਿਅਕਤੀ ਤੇ ਨਹੀਂ। ਜਿਹੜੀ ਹੁਣ ਜਵਾਬਾ ਇਹਦੇ ਜਾਂਦੀ ਹੈ ਉਹ ਇੱਕ ਵਿਅਕਤੀ ਤੇ ਲਾ ਦਿੰਦੇ। ਇਹ ਦੇਸ਼ ਧਰੋਹ ਜੀ, ਇਹ ਤੋਂ ਦੇਸ਼ ਨੂੰ ਖਤਰਾ ਜੀ। ਉਹਦੇ ਵਿੱਚ ਹੀ ਤੁਸੀਂ ਵੇਖੋ 2 ਜਿਹੜੇ ਜਿਸੇ ਆਪਣੇ JNU ਦੇ ਵਿਦਿਆਰਥੀ ਸੀ, ਇੱਕ ਨਰਵਾਲ ਤੇ ਇੱਕ ਹੋਰ ਸੀਗੇ, ਤੇ 3 ਬੰਦੇ ਸੀ ਜਿਹੜੇ ਫੜੇ ਸੀ। ਤੇ ਦਿੱਲੀ ਕਮੇਟੀ ਨੇ ਬੜੀ ਸਖਤ, ਦਿੱਲੀ ਜਿਹੜੀ ਹਾਈ ਕੋਰਟ ਬੜੀਆਂ ਸਖਤ ਟਿੱਪਣੀਆਂ ਕੀਤੀਆਂ ਉੱਤੇ ਵੀ ਤੁਸੀਂ ਬੇਕਸੂਰ ਨੌਜਵਾਨਾਂ ਨੂੰ ਏਦਾਂ ਜ਼ਿਆਦਾ ਦੇ ਜਿਹੜੇ ਉਹ ਜੇਲ੍ਹ ਨਹੀਂ ਰੱਖ ਸਕਦੇ। ਸਰਕਾਰ ਨੇ ਇਤਰਾਜ਼ ਪ੍ਰਗਟ ਕੀਤਾ ਵਾ ਕਿ ਅਸੀਂ ਕਾਨੂੰਨ ਬਣਾਇਆ, ਤੁਸੀਂ ਕਿਉਂ ਚੈਲੰਜ ਕਰਨਾ? ਉਹ ਮਾਮਲਾ ਸੁਪਰੀਮ ਕੋਰਟ ਚਲਾ ਗਿਆ। ਲੇਕਿਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲੋਂ ਨਾਲ 2 ਜੱਜਾਂ ਵੱਲੋਂ ਹੋਰ ਉਹਨੇ ਗੱਲ ਕਹਿਣੀ। ਅਜੇ 2 ਦਿਨ ਪਹਿਲਾਂ ਚੰਦਰਚੂੜ ਜਿਹੜੇ ਚੀਫ ਜਸਟਿਸ ਨੇ ਸੁਪਰੀਮ ਕੋਰਟ ਦੇ ਗਾਂ ਸ਼ਾਇਦ ਚੀਫ ਜਸਟਿਸ ਬਣ ਜਾਣ, ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਜਵਾਬਾ ਲਾ ਕੇ 124 ਲਾ ਕੇ ਤੁਸੀਂ ਜਿਹੜੇ ਨਜਾਇਜ਼ ਲੋਕਾਂ ਨੂੰ ਅੰਦਰ ਰੱਖ ਰਹੇ, ਇਹ ਗਲਤ ਕਰ ਰਹੇ। ਹਿੰਦੁਸਤਾਨ ਆਜ਼ਾਦ ਦੇਸ਼ ਆ, ਹਰ ਬੰਦੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਆ, ਇਹਨੂੰ ਰੋਕਿਆ ਜਾਵੇ। ਬੜੀ ਚੰਗੀ ਗੱਲ ਆ ਜੇ ਕਿਤੇ ਕੋਰਟਾਂ ਨੋਟ ਛੱਡ ਲੱਗਿਆ ਤੇ ਕੋਈ ਭਲਾ ਹੋ ਜਾਊਗਾ। ਅਦਰ ਜਿਸ ਤਰੀਕੇ ਨਾਲ ਇਹ ਕਰ ਰਹੇ ਤਲਾ ਤਲਫੜ ਕੇ ਅੰਦਰ ਕਰ ਜੀ। ਸਦੀਕੀ ਕੱਪਣ ਦਾ ਕਸੂਰ ਕੀ ਸੀਗਾ? ਹਾਦਸਾ ਘਟਨਾ ਦੀ ਉਹ ਕਵਰੇਜ ਕਰਨ ਵਾਸਤੇ ਗਿਆ ਸੀ, ਕਹਿਤਾ ਜੀ ਵੀ ਇਹ ਸਦੀਕੀ ਪਰ ਕੁੱਤਾ ਕਹਿਣਾ ਕਿ ਸੱਚਾਈ ਤੇ ਕਾਵਰੇੜਾ ਚੁੱਕ ਕੇ ਸੁੱਟ ਦੇ ਅੰਦਰ ਲਾ ਦੇ। ਜੋ ਆਪਾਂ ਜੱਜ ਵੀ ਕਹਿੰਦੇ ਜਦੋਂ ਜਵਾਬਾਂ ਲੱਗ ਜਾਂਦੀਆਂ ਫਿਰ ਉਹ ਤਾਂ ਅਸੀਂ ਬੇਬਸ ਹੋ ਜਾਂਦੇ ਹਾਂ, ਨਾ ਅਸੀਂ ਜ਼ਮਾਨਤ ਦੇ ਸਕਦੇ ਇਹਨੂੰ ਨਾ ਛੱਡ ਸਕਦੇ। ਲੇਕਿਨ ਦਿੱਲੀ ਹਾਈ ਕੋਰਟ ਨੇ ਜਿਹੜਾ ਫੈਸਲਾ ਲਿਆ ਵਾ ਉਹ ਇੱਕ ਇਤਿਹਾਸਕ ਫੈਸਲਾ ਤੇ ਉਹਦੇ ਤੋਂ ਸਰਕਾਰ ਚਿੰਤਤ ਆ। ਹੁਣ ਇਹ ਕਹਿੰਦੇ ਵੀ ਇਹ ਦੇਖੋ ਜੀ 124 ਧਾਰਾ ਵਾ, 124 ਧਾਰਾ ਲਾਈ ਇਸ ਕਰਕੇ ਬਣਾਈ ਸੀ ਵੀ ਜਦੋਂ ਖਾਸ ਮੌਕਾ ਬਹੁਤਾ ਵੀ ਬੰਦਾ ਲੋਕ ਤੰਗ ਪਰੇਸ਼ਾਨ ਕਰਦਾ ਤੁਸੀਂ ਲਾ ਸਕਦੇ ਹੋ। ਤੁਸੀਂ ਤੇ ਉਸ ਜਿਹੜਾ ਮਿਸਤਰੀ ਆ ਉਸ ਤਰਖਾਨ ਵਰਗੇ ਨੂੰ ਕਰ ਦਿੱਤੀ ਜਿਹਨੇ ਤੁਸੀਂ ਇਹ ਕਾਰੀ ਫੜਾਤੀ ਤਾਂ ਉਹਨੇ ਸਾਰਾ ਜੰਗਲੀ ਵੱਟ ਛੱਡਿਆ, ਉਹਨੂੰ ਕਹਿੰਦੇ ਇੱਕ ਦਰਖਤ ਕੱਟ ਲਿਆ, ਸਾਰਾ ਜੰਗਲੀ ਵੱਟ ਛੱਡਿਆ। ਤੁਸੀਂ ਉਹ ਕੰਮ ਨਾ ਕਰੋ, ਇਹਨੂੰ ਘੱਟੋ ਘੱਟ ਤੁਸੀਂ ਚੇਂਜ ਕਰੋ। ਇਹ ਵੀ ਹੁਣ ਵੇਖੋ
ਇੱਕ ਪਾਸੇ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਨੋਟਿਸ ਲੈ, ਦੂਜੇ ਪਾਸੇ ਡਿਪਟੀ ਸਪੀਕਰ ਜਿਹੜਾ ਹਰਿਆਣੇ ਦਾ ਰਣਵੀਰ ਸਿੰਘ ਸੰਘਵਾ, ਉਹ ਸਿਰਸਾ 'ਚ ਕਿਤੇ ਸਮਾਗਮ 'ਚ ਆਇਆ ਯੂਨੀਵਰਸਿਟੀ ਦੇ, ਤੇ ਕਿਸਾਨਾਂ ਨੇ ਵਿਰੋਧ ਕੀਤਾ। ਉਹਦੀ ਗੱਡੀ ਤੇ ਕਿਸੇ ਨੇ ਪੱਥਰ ਮਾਰਤਾ ਤੇ ਸ਼ੀਸ਼ਾ ਟੁੱਟ ਗਿਆ। ਇੱਕ ਸ਼ੀਸ਼ਾ ਟੁੱਟਣ ਦੇ ਉੱਤੇ ਤੁਸੀਂ ਜਵਾਪਾ ਲਾ ਕੇ ਅੰਦਰ ਬੰਦੇ ਸੁੱਟ ਰਹੇ ਹੋ, 124 ਲਾ ਕੇ ਅੰਦਰ ਬੰਦੇ ਸੁੱਟ ਰਹੇ ਹੋ ਵੀ ਇਹ ਦੇਸ਼ ਧਰੋਹ ਨੇ ਕਿੱਥੋਂ ਨੇਚਰ ਬਣ ਗਏ ਹੋ। ਜੇ ਕਿਸੇ ਨੇ ਬੰਦੇ ਨੇ ਸੁੱਟ ਦਿੱਤਾ ਤੇ ਫਿਰ ਕਿਉਂ ਤੁਸੀਂ ਕਰ ਰਹੇ ਹੋ? ਇਹਦੇ ਬਾਰੇ ਵੀ ਹੁਣ ਰੌਲਾ ਪਏਗਾ। ਜਿਹੜੀ ਹਰਿਆਣਾ ਪੁਲਿਸ ਤੇ ਹਰਿਆਣਾ ਸਰਕਾਰ ਕਈ ਵਾਰੀ ਮਾਫੀ ਮੰਗ ਚੁੱਕੀ, ਜਦੋਂ ਜਿਹੜੇ ਕਿਸਾਨ ਫਿਰ ਗੱਲ 'ਚ ਬੂਟ ਦਿੰਦੇ ਚੰਗੀ ਤਰ੍ਹਾਂ। ਦਿੱਲੀ ਵਾਲਿਆਂ ਤੋਂ ਹੁਣੇ ਜੁਰਮਾਨਾ ਹੋਇਆ। ਬਿਲਕੁਲ ਬਿਲਕੁਲ, ਉਹਦੇ ਵਿੱਚ 5 ਜਿਹੜੇ ਸੀ ਕਿਸਾਨ ਫੜੇ, ਇਹਨਾਂ 100 ਤੇ ਪਰਚਾ ਦਰਜ ਕੀਤਾ ਬਕਾਇਦਾ ਤੌਰ ਤੇ। ਲੇਕਿਨ ਆਉਣ ਵਾਲੇ ਦਿਨਾਂ 'ਚ ਵੇਖੋ ਤੁਸੀਂ, ਉੱਥੇ ਬਕਾਇਦਾ ਤੌਰ ਤੇ ਮੋਰਚਾ ਦੇ ਕੇ ਸਰਕਾਰ ਨੂੰ ਜਿਹੜਾ ਸੀ ਬੈਕਫੁੱਟ ਜਾਣਾ ਪਿਆ। ਪਟਿਲ ਸਾਹਿਬ, ਮੇਰੇ ਨਾਲ ਕਾਲਰ ਨੇ, ਇਸ ਤੋਂ ਪਹਿਲਾਂ ਮੈਂ ਕਾਲ ਲਵਾਂ, ਮੈਂ ਆਪਣਾ ਸਵਾਲ ਕਲੀਅਰ ਕਰਦਾ, ਸ਼ਾਇਦ ਸਿਮਿਲਰ ਕੁਐਸਚਨ ਨਾ ਹੋਵੇ। 2 ਕੁਐਸਚਨ। ਇੱਕ ਤਾਂ ਬਲਾਤਕਾਰ ਸੰਬੰਧੀ ਹਾਈ ਕੋਰਟ ਨੇ ਬੈਂਸ ਦੀ ਪਟੀਸ਼ਨ ਤੇ ਫੈਸਲਾ ਰਾਖਵਾਂ ਰੱਖਿਆ, ਹੁਣ ਰਾਖਵਾਂ ਰੱਖ ਲਿਆ, ਜਦੋਂ ਕਿਤੇ ਸੱਪ ਕੱਢਣਾ ਉਹ ਕੱਢਾਂਗੇ। 22 ਜੁਲਾਈ ਵੈਸੇ ਵਰਲਡ ਵਾਈਡ ਬੜੀ ਚਰਚਾ ਦੇ ਵਿੱਚ ਹੈ। 22 ਜੁਲਾਈ ਬੜਾ ਕੁਝ ਬਾਹਰ ਆ ਰਿਹਾ, ਬੜਾ ਕੁਝ ਬਾਹਰ ਆਉਣਾ ਜੀ, ਬੜਾ ਕੁਝ ਬਾਹਰ ਦਿਖਾਈ ਦੇ ਦਿੰਦੇ ਆ, ਪਰ ਗੱਲ ਵੱਖਰੀ ਆ ਕਿ ਉਹ ਕੋਈ ਬੋਲੇ ਚਾਹੇ ਨਾ ਬੋਲੇ। 22 ਜੁਲਾਈ ਨੂੰ ਸੰਸਦ ਦੇ ਸਾਹਮਣੇ ਰੋਸ ਮੁਜ਼ਾਹਰਾ ਕਰਨ ਵਾਲਿਆਂ ਵਿੱਚ 22 ਰਾਜਾਂ ਦੇ ਕਿਸਾਨਾਂ ਦੀ ਹੋਵੇਗੀ ਸ਼ਮੂਲੀਅਤ, ਔਰ ਉਹਨਾਂ ਨੇ ਜਿਹੜਾ ਜਥਾ ਭੇਜਣਾ ਹੈ ਇੱਕ ਚੰਗੀ, ਮੇਰੇ ਖਿਆਲ ਸ਼ਾਂਤਮਈ ਤਰੀਕੇ ਦੇ ਨਾਲ ਉਹ ਆਪਣਾ ਸ਼ੁਰੂਆਤ ਕਰਨ ਲੱਗੇ ਨੇ, ਤੇ ਸ਼ਾਂਤਮਈ ਰਹਿਣੀ ਚਾਹੀਦੀ ਹੈ ਨਾ। ਜੇ ਉਹਨਾਂ ਨੇ ਆਪਣੀਆਂ ਗ੍ਰਿਫਤਾਰੀ ਦੇਣੀਆਂ ਨੇ, ਵਧਣਾ ਉਹਨਾਂ ਨੇ ਖਾਲੀ ਹੱਥਾਂ ਦੇ ਨਾਲ, ਸਾਡੇ ਕੋਲ ਕੁਛ ਨਹੀਂ, ਅਸੀਂ ਮਤਲਬ ਕਿਸਾਨ ਏਕਤਾ ਜਿੰਦਾਬਾਦ ਦਾ ਨਾਅਰਾ ਲਾ ਕੇ ਅੱਗੇ ਵਧਦੇ ਨੇ, ਜੋ ਉਹਨਾਂ ਦਾ ਫੰਡਾਮੈਂਟਲ ਰਾਈਟ ਹੈ। ਉਹਦੇ ਬਾਵਜੂਦ ਸਰਕਾਰ ਉਹਨਾਂ ਦੇ ਕੋਈ ਧੱਕਾ ਮੁੱਕੀ ਕਰਦੀ ਆ, ਪਾਣੀ ਦੀਆਂ ਵਿਛਾੜਾਂ ਪਾਉਂਦੀ ਆ, ਜਾਂ ਕੋਈ ਉੱਥੇ ਇਹੋ ਜਿਹਾ ਚੱਕਰ ਹੁੰਦਾ, ਫਿਰ ਆਪੇ ਸਰਕਾਰ ਜਵਾਬ ਦੇ। ਕਿਉਂਕਿ ਸੁਪਰੀਮ ਕੋਰਟ ਕਹਿ ਚੁੱਕੀ ਹੈ ਕਿ ਕਿਸਾਨਾਂ ਦਾ ਜਿਹੜਾ ਹੱਕ ਹੈ ਉਹ ਸ਼ਾਂਤਮਈ ਤਰੀਕੇ ਨਾਲ ਆਪਣਾ ਉਹ ਵਿਖਾਵਾ ਕਰ ਸਕਦੇ, ਮੁਜ਼ਾਹਰਾ ਕਰ ਸਕਦੇ, ਧਰਨਾ ਵੀ ਦੇ ਸਕਦੇ, ਦੇਸ਼ ਦਾ ਸੰਵਿਧਾਨ ਆਗਿਆ ਦਿੰਦਾ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹ ਕਾਨੂੰਨ ਦੇ ਵਿਰੋਧ ਵਿੱਚ ਮਤਾ ਵੀ ਲਿਆਉਣ ਦੀ ਗੱਲ ਕਹਿਤੀ। ਯਾਰ ਕੀ ਲੋਕ ਇਹਨਾਂ ਤੇ ਵਿਸ਼ਵਾਸ ਕਰ, ਸਵਾਲ ਮੇਰਾ ਇਹ ਹੈ ਕਿ ਵਿਸ਼ਵਾਸ ਕਰਨਗੇ, ਕਿਵੇਂ ਵਿਸ਼ਵਾਸ ਕਰੀਏ? ਮੇਰੇ ਸਾਹਮਣੇ ਹੋਣ ਤੇ ਮੈਂ ਪੁੱਛਾਂ ਕਿਵੇਂ ਵਿਸ਼ਵਾਸ ਕੀਤਾ ਜਾ ਸਕਦਾ ਤੁਹਾਡੇ ਤੇ? ਇੱਕ ਪਾਸੇ ਤੁਸੀਂ ਸ਼ਰੇਆਮ ਨੰਗੇ ਧੜ ਹੋ ਕੇ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਸਾਰਾ ਪਰਿਵਾਰ ਨਿਤਰੇ, ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਕੁਰਸੀ ਤੇ ਪਾਵੇ, ਖਾਨਦਾਨੀ ਕੁਰਸੀ ਤੇ ਪਾਵੇ ਜਿਹੜੇ ਨੇ ਉਹ ਚੱਕਣਾ ਚੂਰ ਹੋ ਰਹੇ ਨੇ, ਤੁਸੀਂ ਯੂ ਟਰਨ ਮਾਰੇ। ਅੱਜ ਲੋਕ ਫਿਰ ਵੀ, ਕਿਉਂਕਿ ਤੁਹਾਡੇ ਨਾਲ ਇਸ ਕਰਕੇ ਜੁੜੇ ਨੇ, ਕਈਆਂ ਨੇ ਤੁਹਾਡੇ ਕੋਲ ਕੰਮ ਕਰਵਾਏ ਹੋਣਗੇ, ਕਿਉਂਕਿ ਪੰਜਾਬ ਦੀ ਰਾਜਨੀਤੀ ਮੈਂ ਅਕਸਰ ਕਹਿੰਦਾ ਨਾ, ਗਲੀ ਤੋਂ ਸ਼ੁਰੂ ਹੁੰਦੀ ਹੈ, ਘਰ ਤੋਂ। ਘਰ ਤੋਂ ਸ਼ੁਰੂ ਹੁੰਦੀ ਹੈ, ਮਹੱਲੇ ਤੋਂ ਸ਼ੁਰੂ ਹੁੰਦੀ ਹੈ, ਪਿੰਡ ਤੋਂ ਸ਼ੁਰੂ ਹੁੰਦੀ ਹੈ, ਤੇ ਫਿਰ ਉਹ ਪਤਾ ਹੁੰਦਾ ਵੀ ਇਸ ਘਰ ਵਾਲਿਆਂ ਨੂੰ ਕਿਹੜੇ ਵੇਲੇ ਲੋੜ ਪਈ ਆ, ਕਿਹੜੇ ਵੇਲੇ ਇਹਨਾਂ ਦੇ ਮੁੰਡੇ ਦੇ ਕੰਮ ਆਇਆ, ਕੰਮ ਕਰਵਾਇਆ, ਨੌਕਰੀ ਤੇ ਲਵਾਇਆ, ਜਾਂ ਕੁਛ ਦੀ ਸਟੈਂਡ ਮਾੜਾ ਮੋਟਾ ਲੜਾਈਆਂ, ਉਹ ਸਾਰਾ ਕੁਝ ਇਨਵੋਲਵ ਆ। ਮੈਂ ਕੁਛ ਵੀ ਕਰ ਲਓ ਤੁਸੀਂ, ਹੈ ਨਾ, ਉਹ ਇਨਵੋਲਵ ਆ। ਉੱਥੋਂ ਰਾਜਨੀਤੀ ਸ਼ੁਰੂ ਹੁੰਦੀ ਹੈ। ਕੰਮ ਕਰਵਾਏ ਹੋਣਗੇ ਇਹਨਾਂ ਕੋਈ, ਇਹਨਾਂ ਦੇ ਰਾਜ ਦੇ ਵੇਲੇ ਇਹਨਾਂ ਦਾ ਜੁੜਨਾ ਉਹਨਾਂ ਦਾ ਫਰਜ਼ ਵੀ ਹੈ, ਧਰਮ ਵੀ ਹੈ। ਹਾਂਜੀ, ਇਹ ਕਹਿੰਦੇ ਕਿ ਮਤਾ ਲਿਆਵਾਂਗੇ, ਕੀ ਲੋਕ ਵਿਸ਼ਵਾਸ ਕਰਨਗੇ? ਇਹ ਤਾਂ ਇੱਕ ਸਵਾਲ ਵੱਖਰਾ ਹੈ। ਪਰ ਪਹਿਲੇ 22 ਰਾਜਾਂ ਦੇ ਕਿਸਾਨਾਂ ਦੀ ਸ਼ਮੂਲੀਅਤ ਬਾਰੇ ਤੁਹਾਡਾ ਨਜ਼ਰੀਆ ਕੀ ਹੈ, ਕੀ ਕਹਿਣਾ ਚਾਹੋ? ਕਾਲ ਲੈ ਲਵਾਂ ਮੈਂ? ਹਾਂਜੀ, ਵੈਲਕਮ ਜੀ। ਪੱਟੀ ਸਾਹਿਬ ਅਤੇ ਚਾਵਲਾ ਸਾਹਿਬ, ਪੱਟੀ ਸਾਹਿਬ ਮੈਂ ਬਹੁਤ ਦੇਰ ਦਾ ਮਿਲਾਇਆ ਸੀ। ਪਹਿਲੇ ਸਵਾਲ ਦਾ ਜਵਾਬ ਤੁਸੀਂ ਦੇਤਾ ਕਿ ਸਿੱਧੂ ਪੱਕਾ ਪ੍ਰਧਾਨ ਹੈ। ਦੂਜਾ ਸਵਾਲ ਇਹ ਹੈ ਕਿ ਕੈਪਟਨ ਸਾਹਿਬ ਕੋਈ ਦਾ ਪੇਚ ਖੇਡੂਗਾ? ਜਿਵੇਂ 4.5 ਸਾਲ ਪਹਿਲਾਂ ਲੰਡਨ ਬੈਠੇ ਬੈਠੇ ਡਰਾ ਰਹੇ ਸੀ ਸੋਨੀਆ ਗਾਂਧੀ ਨੂੰ, ਇਸੇ ਕਰਕੇ ਬਾਜਵਾ ਨੂੰ ਇਹਨਾਂ ਨੇ ਪਿਛਲੇ ਦਰਵਾਜ਼ੇ ਥਾਣੀ ਰਾਜ ਸਭਾ 'ਚ ਵਾਰਤਾ ਸੀ। ਇਹ ਪੁਰਾਣੇ ਘੁਲਾਟੀਏ ਹੈ, ਜਿਹੜਾ ਆਈਡੀਆ ਲਾ ਕੇ ਦੱਸੋ ਕੋਈ ਦਾ ਪੇਚ ਖੇਡਣਗੇ ਕਿ ਬਸ ਜ਼ੀਰੋ ਹੈ? ਜੀ ਤੁਸੀਂ ਜੇ ਸਾਡੀ ਪੂਰੀ ਗੱਲ ਸੁਣੀ ਹੈ ਤਾਂ ਜਵਾਬ ਆ ਗਿਆ ਹੋਏਗਾ। ਨਹੀਂ, ਸੁਣੀ ਹੋਣੀ ਉਹਨਾਂ ਨੇ, ਜਿੰਨਾ ਚਿਰ ਆਪਾਂ ਗੱਲ ਕਰਦੇ ਸੁਣ ਹੀ ਰਹੇ ਸੀ। ਉਹ ਬਕਾਇਦਾ ਤੌਰ ਤੇ ਜੋ ਹਸ਼ਰ ਅਡਵਾਨੀ ਹੋਰਾਂ ਦਾ ਬੀਜੇਪੀ ਚ ਰਿਹਾ, ਉਹੀ ਹਸ਼ਰ ਕੈਪਟਨ ਸਾਹਿਬ ਇੱਥੇ ਹੋਏ। ਦੇਖੋ, ਪ੍ਰਤਾਪ ਸਿੰਘ ਬਾਜਵਾ ਤੇ ਤ੍ਰਿਪਤ ਸਿੰਘ ਰਾਜ ਬਾਜਵਾ ਦਾ ਆਪਸ ਵਿੱਚ ਜਿਹੜਾ ਇੱਕ ਕੁੱਤੇ ਦਾ ਵੈਰ ਸੀਗਾ।
ਲੇਕਿਨ ਇਹੋ ਜਿਹਾ ਮੰਚ ਸਿਰਜਿਆ ਗਿਆ, ਅੱਜ ਉਹ ਦੋਵੇਂ ਇਕੱਠੇ ਹੋ ਗਏ ਇੱਕ ਮੰਚ ਦੇ। ਤ੍ਰਿਪਤਜਿੰਦਰ ਬਾਜਵਾ ਹਮੇਸ਼ਾ ਹੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਿਹਾ, ਸੁੱਖ ਸਰਕਾਰੀਆ ਇਹਨੂੰ ਨਾਲ ਰਿਹਾ। ਅੱਜ ਉਹ ਦੋਵੇਂ ਹੀ ਇਸ ਵੇਲੇ ਸਿੱਧੂ ਦੇ ਖੇਮੇ, ਪ੍ਰਤਾਪ ਬਾਜਵਾ ਸਿੱਧੂ ਦੇ ਖੇਮੇ, ਫਤਿਹ ਚੰਦ ਬਾਜਵਾ ਜ਼ਰੂਰ ਕੈਪਟਨ ਅਮਰਿੰਦਰ ਸਿੰਘ ਹੈਗਾ, ਲੇਕਿਨ ਜਿੱਦਣ ਅਨਾਊਂਸ ਹੋ ਕੇ ਢੋਲ ਢਮੱਕੇ ਨਾਲ ਕੈਪਟਨ ਇੱਥੇ ਆ ਗਿਆ, ਇਹਨਾਂ ਸਾਰਿਆਂ ਜਾ ਕੇ ਸਿੱਧੂ ਦੇ ਜਿਹੜਾ ਮਹਾਰਾਜ ਜੀ ਤੁਹਾਡੇ ਕੈਪਟਨ ਸਾਹਿਬ ਦੀ ਤੁਸੀਂ ਗੱਲ ਕੀਤੀ ਆ, ਕੈਪਟਨ ਸਾਹਿਬ ਦੀ ਜਿਹੜੀ ਆ ਸਿਹਤ ਹੁਣ ਆਗਿਆ ਨਹੀਂ ਦਿੰਦੀ, ਉਹ ਕਹਿੰਦੇ ਨਾ ਚਿੱੜੀਆਂ ਲੈ ਰਹੇ ਆ। ਚੰਗੀ ਗੱਲ ਹੋਵੇ ਉਹ ਸਿੱਧੂ ਨੂੰ ਆਸ਼ੀਰਵਾਦ ਦੇ ਕੇ ਆਪਣਾ ਜਿਹੜਾ ਕੱਦ ਬੁੱਤ ਉੱਚਾ ਕਰ ਲੈਣ ਜੀ, ਨਹੀਂ ਕੀਤਾ ਤੇ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਉਹਨਾਂ ਦੀ ਅਸਤੀਫੇ ਦੀ ਬੜੀ ਬੇਸਬਰੀ ਦਾ ਇੰਤਜ਼ਾਰ ਰਹੇ ਵੀ ਅਸੀਂ ਨਹੀਂ ਸੇਵਾ ਦੇਣਾ, ਗੱਲ ਅਸਤੀਫਾ ਦੇ ਆਪੇ ਦੇਵੇ। ਭੱਟੀ ਸਾਹਿਬ ਆਪਾਂ ਇਹ ਗੱਲ ਕਰ ਚੁੱਕੇ ਹਾਂ, ਮੇਰੇ ਖਿਆਲ ਚ ਕੈਪਟਨ ਸਾਹਿਬ ਨੇ ਗੱਲ ਸੁਣੀ ਆ, ਉਹਨਾਂ ਦਾ ਕੁਐਸਚਨ ਰਿਪੀਟ ਹੋ ਗਿਆ, ਗੱਲ ਕਰ ਚੁੱਕੇ ਆਪਾਂ ਅਗਲੀ ਗੱਲ ਤੇ ਚੱਲੀਏ। ਹੁਣ ਦੂਸਰੀ ਗੱਲ ਜਿਹੜੀ 22 ਸੀਟਾਂ ਦੀ ਗੱਲ ਕੀਤੀ ਆਪਾਂ, ਰਾਜੇਵਾਲ ਸਾਹਿਬ ਨੇ ਕਿਹਾ ਕਿ 40 ਜਥੇਬੰਦੀਆਂ ਵਾ, 40 ਜਥੇਬੰਦੀਆਂ ਜਿਹੜੀਆਂ ਸਾਡੀਆਂ ਨੇ, ਇਹਦੇ ਵਿੱਚੋਂ ਹਰ ਜਥੇਬੰਦੀ ਵਿੱਚੋਂ 5 ਵਿਅਕਤੀ ਲੈ ਜਾਣ। ਉਹ 200 ਵਿਅਕਤੀ ਦਾ ਜਥਾ ਬਕਾਇਦਾ ਤੌਰ ਤੇ ਉਹਨਾਂ ਨੂੰ ਸੰਯੁਕਤ ਮੋਰਚੇ ਦੇ ਆਈ ਕਾਰਡ ਦਿੱਤੇ ਜਾਣਗੇ ਕਿ ਬਾਹਰ ਦਾ ਬੰਦਾ ਆ ਕੇ ਕੋਈ ਗੜਬੜ ਨਾ ਕਰ ਸਕੇ, ਤੇ ਉਹ ਕਾਈ ਕਾਰਡ ਬਕਾਇਦਾ ਤੌਰ ਤੇ ਉਹਨਾਂ ਗਲੇ 'ਚ ਪਾਏ ਹੋਣਗੇ ਕਿ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੰਦੇ ਹੈ ਜਿਹੜੇ ਮੁਜ਼ਾਹਰਾ ਕਰਨਾ ਜੀ। ਜੇ ਦੂਸਰਾ ਬੰਦਾ ਗੜਬੜ ਕਰਦਾ ਤਾਂ ਸਰਕਾਰ ਜ਼ਿੰਮੇਵਾਰੀ ਹੋਵੇ। ਬਹੁਤ ਵਧੀਆ ਵਿਉਂਤਬੰਦੀ, ਬਹੁਤ ਵਧੀਆ ਵਿਉਂਤਬੰਦੀ। ਹੁਣ ਇਹਨਾਂ ਨੇ ਕੀ ਕੀਤਾ, ਇਹਨਾਂ ਕਿਹਾ ਜੀ ਇਹ 22 ਸਟੇਟਾਂ ਦੇ ਲੋਕ ਸ਼ਾਮਲ ਹੋਣਗੇ। ਜੇ 28 ਦੇ ਵਿੱਚੋਂ 22 ਸਟੇਟਾਂ ਨੂੰ ਸ਼ਾਮਲ, ਬਾਕੀ ਰਹਿ ਕੀ ਸਕਦੇ। 22 ਸਟੇਟਾਂ ਦੇ ਵਿੱਚ 200 ਬੰਦਾ ਜੋ ਤੁਰੇਗਾ ਇੱਥੋਂ, ਕਿਸਾਨੀ ਜਿਹੜੇ ਸੀ ਨਾਅਰੇ ਮਾਰਦਾ ਹੋਇਆ, ਕਿਸਾਨਾਂ ਦੇ ਹੱਕ ਦੇ ਵਿੱਚ ਕਿਸਾਨੀ ਨਾਅਰੇ ਮਾਰਦਾ ਹੋਇਆ ਬੁਲੰਦ ਕਰਦਾ ਤੁਰਿਆ ਜਾਏਗਾ। ਜਿੱਥੇ ਪੁਲਿਸ ਰੋਕੇਗੀ ਉਹਨਾਂ ਨੂੰ ਪਹਿਲਾਂ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਵੀ ਸਾਡਾ ਬਿਲਕੁਲ ਸ਼ਾਂਤਮਈ ਪ੍ਰੋਟੈਸਟ ਆ, ਅਸੀਂ ਕਿਸੇ ਕਿਸਮ ਦੀ ਪ੍ਰਵੋਕੇਸ਼ਨ ਨਹੀਂ ਕਰਨੀ। ਜੇ ਜਾਣ ਦੇਣਗੇ ਠੀਕ ਆ, ਜੇ ਨਹੀਂ ਜਾਣਗੇ ਤੇ ਉੱਥੇ ਹੀ ਉਹ ਜਿਹੜੇ 20-200 ਬੰਦਾ ਬਹਿ ਕੇ ਸਾਰਾ ਦਿਨ ਗੁਜ਼ਾਰ ਕੇ ਉੱਥੇ ਆਪਣੇ ਭਾਸ਼ਣ ਕਰਕੇ ਉੱਥੇ ਸਭ ਕੁਝ ਕਰਕੇ ਵਾਪਸ ਆ ਜਾਏ। ਤੇ ਜੇ ਗ੍ਰਿਫਤਾਰ ਕਰਨਗੇ ਤੇ ਫਿਰ ਜੇਲ੍ਹ ਜਾਣਗੇ, ਅਗਲੇ ਦਿਨ ਨਵਾਂ ਜਥਾ ਜਾਏਗਾ। ਦੂਸਰੀ ਗੱਲ ਜਿਹੜੀ ਸੁਖਬੀਰ ਸਿੰਘ ਬਾਦਲ ਤੁਸੀਂ ਗੱਲ ਕੀਤੀ ਹੈ, ਉਹ ਚਾਵਲਾ ਸਾਹਿਬ ਮਜਬੂਰੀ ਆ। ਸੰਯੁਕਤ ਕਿਸਾਨ ਮੋਰਚੇ ਨੇ ਇੰਨੀ ਗੱਲ ਕਿ ਹਰ ਇੱਕ ਨੂੰ ਇੱਕ ਅਸੀਂ ਆਪਣਾ ਜਿਹੜੇ ਲੈਟਰ ਦੇਵਾਂਗੇ, ਨਾਲ ਇੱਕ ਟੈਂਪਲੇਟ ਦੇਵਾਂਗੇ, ਸਾਡੀਆਂ ਇਹ ਡਿਮਾਂਡ ਆ, ਇਹਦੇ ਉੱਤੇ ਇਹ ਗੱਲਬਾਤ ਹੋ ਚੁੱਕੀ ਆ, ਇੱਥੋਂ ਤੱਕ ਗੱਲ ਚੁੱਕੀ ਆ, ਤੇ ਗਾ ਤੁਸੀਂ ਗੱਲ ਕਰੋ ਉੱਥੇ। ਨਾਲ ਕਿਹਾ ਕਿ ਜਿਹੜੀ ਵੀ ਵਿਰੋਧੀ ਧਿਰ ਦਾ ਪਾਰਟੀ ਨਹੀਂ ਗੱਲ ਕਰੇਗੀ ਉਹਦਾ ਅਸੀਂ ਬਾਹਰ ਨਿਕਲਦੇ ਹਾਂ, ਘਰਾਓ ਕਰਾਂਗੇ, ਅਸੀਂ ਉਹਨੂੰ ਘਰ ਨਹੀਂ ਜਾਣ ਦੇਵਾਂਗੇ। ਇਸ ਕਰਕੇ ਸੁਖਬੀਰ ਸਿੰਘ ਬਾਦਲ ਦੀ ਮਜਬੂਰੀ ਆ, ਉਹਨਾਂ ਪਾਰਟੀ ਚਲਾਉਣੀ ਹੈ, ਪੰਜਾਬ 'ਚ ਮੁੱਖ ਮੰਤਰੀ ਬਣਨਾ। ਇਸ ਕਰਕੇ ਉਹਨਾਂ ਨੇ ਪਹਿਲਾਂ ਕਹਿਤਾ ਭਾਈ ਸਾਡੇ ਤੋਂ ਚਿੰਤਾ ਨਾ ਕਰੋ, ਅਸੀਂ ਮਤਾ ਪੇਸ਼ ਕਰਾਂਗੇ ਉੱਥੇ ਜੀ। ਭੱਟੀ ਸਾਹਿਬ ਆਖਰੀ ਕੁਐਸਚਨ ਕੁਇਕਲੀ, ਜਿਹੜਾ ਰਾਖਵਾਂ ਰੱਖਿਆ ਫੈਸਲਾ ਹਾਈ ਕੋਰਟ ਨੇ ਬੈਂਸ ਦੀ ਪਟੀਸ਼ਨ ਤੇ, ਕਿਉਂਕਿ ਸਵੇਰੇ ਗੁੱਡ ਮਾਰਨਿੰਗ ਸ਼ੋਅ ਕਰਨਾ ਹੈ, ਫਿਰ ਆਪਾਂ ਫਿਰ ਗੱਲਬਾਤ ਕਰਨੀ ਹੈ ਰਾਤ ਦੇ ਸ਼ੋਅ ਦੇ ਵਿੱਚ, ਇਹਦੇ ਵਿੱਚ ਕੁਇਕਲੀ ਕੀ ਕਹਿਣਾ ਚਾਹੋਗੇ? ਦੇਖੋ ਜੀ, ਬੈਂਸ ਸਾਹਿਬ ਦੇ ਖਿਲਾਫ 7 ਤਰੀਕ ਨੂੰ ਜਿਹੜੀ ਸੀ ਲੋਕਲ ਕੋਰਟ ਨੇ ਆਰਡਰ ਕਰਤੇ ਲੁਧਿਆਣੇ ਨੇ ਪਰਚਾ ਦਰਜ ਕੀਤਾ ਜਾਵੇ 376 ਦਾ, ਕਿ 16 ਨਵੰਬਰ ਤੋਂ 2020 ਤੋਂ ਉਹ ਬੀਬੀ ਪਿੱਛੇ ਲੱਗੀ ਸੀ, ਕਰਦੀ ਕਰਾਉਂਦੀ ਜਿਹੜੀ ਸੀ ਕੋਰਟ ਪਹੁੰਚ ਗਈ ਤੇ ਕੋਰਟ ਨੇ ਆਰਡਰ ਕਰਤੇ ਵੀ ਪਰਚਾ ਦਰਜ ਕੀਤਾ ਜਾਵੇ ਜੀ। ਬੈਂਸ ਸਮੇਤ 2 ਔਰਤਾਂ ਸਮੇਤ 7 ਬੰਦੇ ਦੇ ਪਰਚਾ ਦਰਜ ਹੋਇਆ। 2-3 ਦਿਨ ਵੇਟ ਕੀਤੀ ਗਈ ਕਿ ਹਾਈ ਕੋਰਟ ਚਲੇ ਗਏ ਬੈਂਸ ਸਾਹਿਬ, ਸ਼ਾਇਦ ਉੱਥੋਂ ਰਾਹਤ ਮਿਲ ਜਾਏਗੀ, ਰਾਹਤ ਨਹੀਂ ਕੀਤਾ। ਉਹਨਾਂ ਸਰਕਾਰ ਨੂੰ ਨੋਟਿਸ ਦਿੱਤਾ ਕਿ ਤੁਸੀਂ ਆਪਣਾ ਪੱਖ ਪੇਸ਼ ਕਰੋ। ਹੁਣ ਸਰਕਾਰ ਨੇ ਆਪਣਾ ਪੱਖ ਪੇਸ਼ ਕਰਤਾ, ਜਿਹਦੇ ਕਰਕੇ ਜੀ ਗ੍ਰਿਫਤਾਰੀ ਨਹੀਂ ਹੋ ਰਹੀ ਜੀ। ਹੁਣ ਉਹਦੇ ਉੱਤੇ ਸਰਕਾਰ ਦੋਹਾਂ ਤਰ੍ਹਾਂ ਦਾ ਪੱਖ ਸੁਣ ਲਿਆ, ਲੇਕਿਨ ਜੱਜ ਸਾਹਿਬ ਨੇ ਫੈਸਲਾ ਰੱਖ ਲਿਆ। ਅੱਜ ਦਿੰਦੇ ਆ, ਕੱਲ ਦਿੰਦੇ ਆ, ਪਰਸੋਂ ਇੱਕ ਦਿਨ ਤੇ ਫੈਸਲਾ ਦਾ ਆ ਜਾਏਗਾ। ਉਹ ਫੈਸਲਾ ਕੀ ਹੁੰਦਾ ਵਾ, ਉਹ ਫਿਰ ਬੈਂਸ ਸਾਹਿਬ ਦਾ ਭਵਿੱਖ ਤੈਅ ਕਰੇਗਾ ਵੀ ਜੇ ਤੇ ਸਟੇ ਹੋ ਜਾਂਦਾ ਤੇ ਫਿਰ ਤੇ ਠੀਕ ਆ, ਤੇ ਜੇ ਉਹਨਾਂ ਦੀ ਪਟੀਸ਼ਨ ਖਾਰਜ ਹੋ ਗਈ ਤੇ ਫਿਰ ਬੈਂਸ ਸਾਹਿਬ ਨੂੰ ਸੁਪਰੀਮ ਕੋਰਟ ਜਾਣਾ ਜੀ। ਬਹੁਤ ਬਹੁਤ ਸ਼ੁਕਰੀਆ ਭੱਟੀ ਸਾਹਿਬ, ਥੈਂਕ ਯੂ ਵੈਰੀ ਮਚ। ਕੱਲ ਮਿਲਦੇ ਜੀ, ਬਹੁਤ ਬਹੁਤ।
ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।